ਨਾਨਕ ਕਰਕੇ ਗੋਲੇ ਰਾਖੋ ਰਾਖਣ ਹਰਿ ਦਿਆਲਾ। ਨਾਨਕ ਕਰਕੇ ਗੋਲੇ ਗੁਰਪੂਰੈ ਮੇਰੀ ਰਾਖ ਲਈ। ਗੁਰਪੂਰੈ ਮੇਰੀ ਰਾਖ ਲਈ। ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ। ਜਨਮ ਜਨਮ ਕੀ ਮੈਲ ਗਈ। ਨਿਵਰੇ ਦੂਤ ਦੁਸ਼ਟ ਬਹਿਰਾਈ। ਗੁਰਪੂਰੇ ਕਾ ਜਪਿਆ ਜਾਪ। ਕਹਾ ਕਰੈ ਕੋਈ ਵਿਚਾਰਾ। ਪ੍ਰਭ ਮੇਰੇ ਕਾ ਬੜ ਪ੍ਰਤਾਪ। ਕਹਾ ਕਰੈ ਕੋਈ ਵਿਚਾਰਾ। ਪ੍ਰਭ ਮੇਰੇ ਕਾ ਬੜ ਪ੍ਰਤਾਪ। ਸਿਮਰ 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 ਸੁਖ ਪਾਇਆ। ਚਰਨ ਕਮਲ ਰਖ ਮਨ ਮਾਹੀ। ਤਾਕੀ ਸ਼ਰਨ ਪਰਿਓ ਨਾਨਕ ਦਾਸ। ਜਾਤੇ ਉਪਰ ਕੋ ਨਾਹੀ। ਸਿਮਰ 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 ਸੁਖ ਪਾਇਆ। ਚਰਨ ਕਮਲ ਰਖ ਮਨ ਮਾਹੀ। ਤਾਕੀ ਸ਼ਰਨ ਪਰਿਓ ਨਾਨਕ ਦਾਸ। ਜਾਤੇ ਉਪਰ ਕੋ ਨਾਹੀ। ਤੇਰੇ ਕਵਨ ਕਵਨ ਗੁਣ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਚਰਨ ਸ਼ਰਨ ਵਿਖੇ ਜੁੜ ਮਿਲ ਬੈਠੀ ਸਨਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਸਾਜੀ ਔਰ ਨਿਵਾਜੀ ਸਾਧ ਸੰਗਤ। ਸਤਿਗੁਰੂ ਜੀ ਦੀਆਂ ਬੇਅੰਤ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਹੋਈਆਂ ਹਨ। ਗੁਰਸੰਗਤ ਰੂਪ 'ਚ ਗੁਰੂ ਹਜ਼ੂਰੀ ਵਿਖੇ ਚਰਨ ਸ਼ਰਨ ਵਿਖੇ ਜੁੜ ਮਿਲ ਬੈਠੇ ਹਾਂ ਔਰ ਇਹਨਾਂ ਘੜੀਆਂ ਨੂੰ ਸਫਲਾ ਬਣਾਉਂਦੇ ਹੋਏ ਪਾਵਨ ਔਰ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ ਗੁਰੂ ਘਰ ਦੇ ਸਾਜੇ ਨਿਵਾਜੇ ਕੀਰਤਨੀਆਂ ਪਾਸੋਂ ਪਿਆਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਕੀਰਤਨ ਦਾ ਆਨੰਦ ਮਾਣਿਆ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ।
ਸੋ ਗੁਰਬਾਣੀ ਕੀਰਤਨ ਤੋਂ ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਸ਼ਲੋਕ ਰੋਜ਼ਾਨਾ ਵਿਚਾਰ ਸਹਿਤ ਆਪ ਜੀ ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ 'ਚ ਜੁੜ ਮਿਲ ਬੈਠ ਸ਼ਰਵਣ ਕਰਦੇ ਹੋ। ਵਿਚਾਰ ਦੀ ਲੜੀ ਆਰੰਭ ਕਰਨ ਤੋਂ ਪਹਿਲਾਂ ਆਓ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਵੇ। ਪਿਆਰ ਸਤਿਕਾਰ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ 48 ਸ਼ਲੋਕਾਂ ਤੱਕ ਦੀ ਵਿਚਾਰ ਪਿਛਲੇਰਿਆਂ ਦੀਵਾਨਾਂ 'ਚ ਆਪ ਜੀ ਨੇ ਲਗਾਤਾਰ ਸ਼ਰਵਣ ਕੀਤੀ ਹੈ ਔਰ ਅੱਜ ਦੇ 49 ਨੰਬਰ ਸ਼ਲੋਕ ਔਰ 50 ਨੰਬਰ ਸ਼ਲੋਕ, ਇਹ ਦੋ ਸ਼ਲੋਕ ਹਨ ਜੋ ਸ਼ਲੋਕ ਆਪਸ ਦੇ ਵਿੱਚ ਜੁੜੇ ਹੋਏ ਹਨ ਔਰ ਇਹਨਾਂ ਦੋਵਾਂ ਸ਼ਲੋਕਾਂ ਦੇ ਰਾਹੀਂ ਕਬੀਰ ਸਾਹਿਬ ਜੀ ਨੇ ਜੋ ਉਪਦੇਸ਼ ਹੈ ਉਹ ਸਾਨੂੰ ਬਖਸ਼ਿਸ਼ ਕੀਤਾ ਹੈ। ਉਹਨਾਂ ਨੇ ਮਛਲੀ ਦੀ ਉਦਾਹਰਣ, ਮੱਛੀ ਦੀ ਉਦਾਹਰਣ ਲਈ ਹੈ। ਗੁਰਬਾਣੀ 'ਚ ਬਹੁਤ ਥਾਵਾਂ 'ਤੇ ਬਹੁਤ ਜਗ੍ਹਾ 'ਤੇ ਮੱਛੀ ਦੀ ਉਦਾਹਰਣ ਲੈ ਕੇ ਗੁਰੂ ਮਹਾਰਾਜ ਜੀ ਨੇ ਪਾਵਨ ਉਪਦੇਸ਼ ਬਖਸ਼ੇ ਹਨ। ਇੱਕ ਤੇ ਪਿਆਰ ਦੀ ਗੱਲ ਕਰਦਿਆਂ ਹੋਇਆਂ ਮੱਛੀ ਦਾ ਪ੍ਰਮਾਣ ਦਿੱਤਾ ਗਿਆ ਹੈ ਕਿ ਮੱਛੀ ਦਾ ਪਾਣੀ ਦੇ ਨਾਲ ਜਿੱਦਾਂ ਪਿਆਰ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ, ਇਸੇ ਤਰ੍ਹਾਂ ਗੁਰੂ ਕਿਆ ਸਿੱਖਾ ਤੂੰ ਗੁਰੂ ਨਾਲ, ਬਾਣੀ ਨਾਲ, ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤ ਬਣਾ ਕਿ ਤੇਰੇ ਜੀਵਨ ਦਾ ਆਧਾਰ ਮਾਲਕ ਦਾ ਨਾਮ, ਗੁਰੂ ਦਾ ਸ਼ਬਦ ਹੋ ਜਾਏ। ਜਿਉ ਮਛਲੀ ਬਿਨ ਪਾਣੀਐ ਕਿਉਂ ਜੀਵਨ ਪਾਵੈ। ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ। ਇਹ ਮਨਾ ਇੱਦਾਂ ਦੀ ਪਾਣੀ ਵਾਹਿਗੁਰੂ ਨਾਲ ਪ੍ਰੀਤ ਬਣਾ ਜਿੱਦਾਂ ਦੀ ਮੱਛੀ ਦੀ ਪਾਣੀ ਦੇ ਨਾਲ। ਤੇ ਭਗਤ ਰਵਿਦਾਸ ਸਾਹਿਬ ਕਹਿੰਦੇ ਇਹ ਇੰਤਹਾ ਹੈ ਪ੍ਰੀਤ। ਜਿਉਂਦਿਆਂ ਤੇ ਮੱਛੀ ਪਾਣੀ ਦੇ ਨਾਲ ਪ੍ਰੀਤ ਰੱਖਦੀ ਹੈ, ਪਾਣੀ ਤੋਂ ਬਿਨਾਂ ਜਿਉਂਦੀ ਨਹੀਂ ਰਹਿ ਪਾਉਂਦੀ ਹੈ। ਪਰ ਮੀਨ ਪਕੜ ਫਾਂਕਿਓ ਅਰ ਕਾਟਿਓ ਰਾਂਦ ਕੀਓ ਬਹੁ ਬਾਣੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਣੀ। ਮਰਨ ਤੋਂ ਬਾਅਦ ਵੀ ਮੱਛੀ ਪਾਣੀ ਦੀ ਪ੍ਰੀਤ ਨਹੀਂ ਛੱਡਦੀ। ਔਰ ਉਹਨਾਂ ਨੇ ਪ੍ਰਮਾਣ ਦਿੱਤਾ ਕਿ ਕੋਈ ਬੰਦਾ ਮੱਛੀ ਨੂੰ ਪਕੜ ਲਵੇ, ਪਾਣੀ 'ਚੋਂ ਬਾਹਰ ਕੱਢਿਆ, ਉਹਨੂੰ ਟੁਕੜੇ ਟੁਕੜੇ ਕਰਕੇ ਉਹਦਾ ਭੋਜਨ ਬਣਾ ਕੇ ਖਾ ਲਿਆ ਕਿਸੇ ਨੇ। ਤੇ ਹੁਣ ਜਿਹੜਾ ਬੰਦਾ ਮੱਛੀ ਖਾਂਦਾ ਹੈ ਫਿਰ ਉਹਨੂੰ ਵਾਰ-ਵਾਰ ਪਿਆਸ ਲੱਗਦੀ, ਅੰਦਰ ਸੁੱਕਦਾ ਹੈ, ਪਿਆਸ ਲੱਗਦੀ ਹੈ ਵਾਰ-ਵਾਰ। ਤੇ ਭਗਤ ਜੀ ਕਹਿੰਦੇ ਵੇਖ ਮੱਛੀ ਨੇ ਜਿਉਂਦੇ ਜੀ ਤੇ ਪਾਣੀ ਦੇ ਨਾਲ ਪ੍ਰੀਤ ਕੀਤੀ ਹੀ ਕੀਤੀ, ਮਰਨ ਤੋਂ ਬਾਅਦ ਵੀ ਉਹਦੀ ਪਾਣੀ ਤੋਂ ਪ੍ਰੀਤ ਨਹੀਂ ਟੁੱਟਦੀ। ਮੱਛੀ ਖਾਣ ਵਾਲੇ ਨੂੰ ਪਰਤ ਪਰਤ ਕੇ ਪਿਆਸ ਲੱਗਦੀ, ਮਾਨੋ ਅੰਦਰ ਗਈ ਮੱਛੀ ਫੇਰ ਪਾਣੀ ਮੰਗਦੀ ਹੈ। ਸੋ ਇੱਕ ਤੇ ਮਹਾਰਾਜ ਨੇ ਇੱਦਾਂ ਇਹ ਮੱਛੀ ਦੀ ਉਦਾਹਰਣ ਦਿੱਤੀ। ਦੂਜੇ ਨੰਬਰ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਪ੍ਰਮਾਣ ਹੈ, ਭਾਈ ਰੇ ਇਉਂ ਸਿਰ ਜਾਣੋ ਕਾਲ ਜਿਉ ਮੱਛੀ ਤਿਉ ਮਾਨਸਾ ਪਵੈ ਅਚਿੰਤੈ ਜਾਲ। ਮਹਾਰਾਜ ਕਹਿੰਦੇ ਮੱਛੀ ਤੇ ਪਾਣੀ ਦੇ ਵਿੱਚ ਆਪਣੀ ਆਜ਼ਾਦੀ 'ਚ ਟਹਿਲ ਰਹੀ ਹੁੰਦੀ ਹੈ, ਉਹਨੂੰ ਪਤਾ ਹੀ ਕੋਈ ਨਹੀਂ ਲੱਗਦਾ ਹੈ ਕਿਹੜੇ ਵੇਲੇ ਉਹਦੇ ਉੱਤੋਂ ਆ ਕੇ ਮਛੇਰੇ ਨੇ ਜਾਲ ਪਾਇਆ ਤੇ ਉਹਨੂੰ ਕਰ ਲਿਆ ਕਾਬੂ। ਇਸੇ ਤਰ੍ਹਾਂ ਤੇਰੀ ਹਾਲਤ ਵੀ ਮੱਛੀ ਦੀ ਤਰ੍ਹਾਂ ਹੈ, ਸਾਡੀ ਹਾਲਤ ਵੀ ਮੱਛੀ ਦੀ ਤਰ੍ਹਾਂ ਹੈ। ਕੋਈ ਪਤਾ ਨਹੀਂ ਹੈ ਕਾਲ ਦਾ ਕਿਹੜੇ ਵਕਤ ਆਣ ਜਾਲ ਸਿਰ ਤੇ ਪੈਣਾ ਹੈ, ਅਸੀਂ ਮੌਤ ਦੇ ਕਾਬੂ 'ਚ ਆ ਜਾਣਾ ਹੈ। ਸੋ ਇੱਦਾਂ ਮਹਾਰਾਜ ਨੇ ਇਹ ਦੂਜੀ ਉਦਾਹਰਣ ਮੱਛੀ ਦੀ ਦੇ ਕੇ ਤੇ ਸਾਨੂੰ ਮੌਤ ਬਾਰੇ ਸਮਝਾਇਆ ਕਿ ਜਿਵੇਂ ਮੱਛੀ ਦੇ ਸਿਰ ਹਰ ਵਕਤ ਮੌਤ ਜਾਲ ਖੜਾ, ਇੱਦਾਂ ਹੀ ਤੇਰੇ ਸਿਰ ਵੀ ਕਾਲ ਦਾ ਜਾਲ ਖੜਾ ਹੈ। ਹੁਣ ਇਹ ਜਿਹੜੇ ਦੋ ਸ਼ਲੋਕ ਕਬੀਰ ਸਾਹਿਬ ਦੇ ਹਨ,
ਇਹਨਾਂ ਸਲੋਕਾਂ ਰਾਹੀਂ ਕਬੀਰ ਸਾਹਿਬ ਜੀ ਉਦਾਹਰਣ ਤੇ ਮੱਛੀ ਦੀ ਦੇ ਕੇ ਤੇ ਮੱਛੀ ਨੂੰ ਕਹਿ ਰਹੇ ਹਨ ਕਿ ਜੇ ਤੇ ਰਵੇਂਗੀ ਛੋਟੇ ਜਿਹੇ ਟੋਏ 'ਚ, ਛੋਟੇ ਮੋਟੇ ਛੱਪੜ 'ਚ, ਤੇਰੇ ਸਿਰ ਖਤਰਾ ਹਰ ਵਕਤ ਬਣਿਆ ਰਹਿ ਸਕਦਾ ਹੈ। ਹਰ ਵਕਤ ਤੇਰੇ ਸਿਰ ਮੁਸੀਬਤ ਹੈ। ਤੇ ਜੇ ਤੂੰ ਸਮੁੰਦਰ 'ਚ ਚਲੇ ਜਾਏਂਗੀ ਤੇ ਤੇਰੇ ਕੋਲ ਜ਼ਿੰਦਗੀ ਦੇ ਬੜੇ ਰਸਤੇ ਹਨ। ਐਸਾ ਨਹੀਂ ਹੈ ਕਿ ਮੱਛੀ ਸਮੁੰਦਰ 'ਚ ਪਕੜੀ ਨਹੀਂ ਜਾਂਦੀ ਹੈ, ਸਮੁੰਦਰਾਂ 'ਚ ਵੀ ਮੱਛੀਆਂ ਫੜਨ ਵਾਲੇ ਮੱਛੀਆਂ ਫੜਦੇ ਹਨ, ਪਰ ਫਿਰ ਵੀ ਮੱਛੀ ਦੇ ਕੋਲ ਵਿਸ਼ਾਲ ਸਮੁੰਦਰ ਜਾਂ ਬਚਣ ਦੇ ਲਈ, ਆਪਣੇ ਆਪ ਨੂੰ ਬਚਾਉਣ ਦੇ ਲਈ ਬਹੁਤ ਤਰ੍ਹਾਂ ਦੀ ਆਪਸ਼ਨ ਹੁੰਦੀ ਹੈ। ਉਹ ਪਾਣੀ 'ਚ ਗਹਿਰੀ ਜਾ ਸਕਦੀ ਹੈ, ਉਹ ਪਾਣੀ 'ਚ ਦੂਰ ਜਾ ਸਕਦੀ ਹੈ, ਪਰ ਛੋਟੇ ਜਿਹੇ ਛੱਪੜ ਦੇ ਵਿੱਚ ਉਹ ਕਿੱਧਰ ਜਾਏਗੀ। ਫਿਰ ਕਬੀਰ ਸਾਹਿਬ ਜੀ ਫਰਮਾਨ ਕਰਦੇ, ਕਹਿੰਦੇ ਕਬੀਰ ਥੋੜਾ ਜਲ ਮਛਲੀ ਝੀਵਰ ਮੇਲਿਓ ਜਾਲ। ਛੋਟੇ ਜਿਹੇ ਛੱਪੜ ਦੇ ਵਿੱਚ ਕਹਿੰਦੇ ਮੱਛੀ ਤੇ ਝੀਵਰ ਭਾਵ ਮੱਛੀ ਫੜਨ ਵਾਲਾ ਜਿਹੜਾ ਮਛੇਰਾ ਹੈ, ਉਹਨੇ ਸੁੱਟਿਆ ਜਾਲ ਤੇ ਝੱਟ ਛੋਟੇ ਜਿਹੇ ਛੱਪੜ ਦੇ ਵਿੱਚੋਂ ਮੱਛੀ ਪਕੜ ਲਈ। ਇਹ ਟੋਗਨੇ ਨਾ ਛੂਟ ਸੈਂ ਫਿਰ ਕਰ ਸਮੁੰਦ ਸੰਭਾਲ। ਕਹਿੰਦੇ ਜੇ ਟੋਏ 'ਚ ਰਹੇਗੀ ਬਚ ਨਹੀਂ ਸਕਦੀ, ਜੇ ਬਚਣਾ ਹੀ ਤੇ ਸਮੁੰਦਰ 'ਚ ਜਾ। ਹੁਣ ਇੱਥੇ ਜਿਹੜੀਆਂ ਚੀਜ਼ਾਂ ਸਮਝਣ ਵਾਲੀਆਂ ਹਨ, ਵੇਖੋ ਮੱਛੀ ਕਿਹਨੂੰ ਕਿਹਾ ਗਿਆ ਹੈ? ਸਾਨੂੰ ਜੀਵਾਂ ਨੂੰ। ਔਰ ਟੋਆ ਕਿਹਨੂੰ ਕਿਹਾ ਗਿਆ ਹੈ? ਜਿਹੜੇ ਆਪਾਂ ਛੋਟੇ ਛੋਟੇ ਪਦਾਰਥਾਂ 'ਚ ਫਸ ਜਾਂਦੇ ਹਾਂ, ਜਾਂ ਫਿਰ ਅਸੀਂ ਦੇਵੀ ਦੇਵਤਿਆਂ ਦੀ ਹੋਰ ਦੂਜਿਆਂ ਤੀਜਿਆਂ ਦੀ ਪੂਜਾ 'ਚ ਜਿਹੜੇ ਲੱਗ ਜਾਂਦੇ ਹਾਂ, ਉਹ ਸਭ ਚੀਜ਼ਾਂ ਛੱਪੜ ਰੂਪ ਦੇ ਵਿੱਚ ਹਨ। ਤੇ ਸਾਗਰ ਕਿਹੜਾ ਹੈ? ਸਮੁੰਦਰ ਕਿਹੜਾ ਹੈ? ਗੁਰੂ ਸਮੁੰਦਰ ਹੈ, ਅਕਾਲ ਪੁਰਖ ਵਾਹਿਗੁਰੂ ਸਮੁੰਦਰ ਹੈ। ਮਹਾਰਾਜ ਕਹਿੰਦੇ ਹੈ ਮੱਛੀ ਰੂਪ ਜੀਵ, ਜੇ ਤੇ ਤੂੰ ਛੋਟਿਆਂ ਛੱਪੜਾਂ 'ਚ ਪਦਾਰਥਾਂ 'ਚ ਜਾਂ ਫਿਰ ਇੱਧਰ ਉੱਧਰ ਛੋਟੇ ਮੋਟੇ ਮਨੁੱਖਾਂ ਤੇ ਪਦਾਰਥਾਂ ਤੇ ਟੇਕ ਰੱਖੇਗਾ ਤੇ ਫਿਰ ਤੇਰੇ ਸਿਰ ਜਾਲ ਹਰ ਵਕਤ ਮੌਤ ਦਾ ਜਾਲ ਬਰਕਰਾਰ ਹੈ। ਜੇ ਬਚਣਾ ਚਾਹੁੰਦਾ ਹੈ, ਮਾਲਕ ਰੂਪੀ ਸਮੁੰਦਰ ਦੇ ਨਾਲ ਜੁੜ, ਮਾਲਕ ਦੇ ਨਾਮ ਦੇ ਨਾਲ ਜੁੜ, ਫਿਰ ਤੂੰ ਬਚਿਆ ਰਹਿ ਸਕਦਾ ਹੈ। ਕਬੀਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਸ਼ਬਦ ਹੈ, ਉਹ ਕਹਿੰਦੇ ਹੈ ਬੰਦਿਆ ਰਾਮ ਸਿਮਰ ਪਛਤਾਹੇਗਾ ਮਨ। ਹੈ ਮਨਾ, ਜਿਹੜੀ ਗੱਲ ਇੱਥੇ ਕਬੀਰ ਸਾਹਿਬ ਕਹਿ ਰਹੇ ਨੇ ਕਿ ਮਾਲਕ ਰੂਪੀ ਸਮੁੰਦਰ ਦੇ ਨਾਲ ਜੁੜ, ਮਾਲਕ ਦੇ ਨਾਮ ਦੇ ਨਾਲ ਜੁੜ। ਜੇ ਨਹੀਂ ਜੁੜੇਗਾ ਛੋਟੀਆਂ ਛੋਟੀਆਂ ਪਦਾਰਥਾਂ ਤੇ ਹੋਰ ਆਸਰਿਆਂ ਤੇ ਤੇਰੀ ਟੇਕ ਅਟਕੀ ਰਹੀ ਤੇ ਫਿਰ ਤੇਰਾ ਜੀਵਨ ਅਖੀਰ ਕਿਸੇ ਵੱਡੇ ਸੰਕਟ ਦੇ ਵਿੱਚ ਫਸ ਸਕਦਾ ਹੈ। ਉੱਥੇ ਕਬੀਰ ਸਾਹਿਬ ਕਹਿੰਦੇ ਰਾਮ ਸਿਮਰ ਪਛਤਾਹੇਗਾ ਮਨ। ਹੇ ਮਨਾ, ਪਰਮਾਤਮਾ ਨੂੰ ਸਿਮਰ, ਨਹੀਂ ਤਾਂ ਪਛਤਾਉਣਾ ਪਵੇਗਾ। ਪਾਪੀ ਜੀੜਾ ਲੋਭ ਕਰਤ ਹੈ ਆਜ ਕਾਲ ਉੱਠ ਜਾਹੇਗਾ। ਇਹ ਸਾਡਾ ਵੇਖੋ ਜਿਹੜਾ ਪਾਪੀ ਮਨ ਹੈ, ਲੋਭ ਕਰਕੇ ਲਾਲਚ ਕਰਕੇ ਆਪਾਂ ਕੀ ਕਰਦੇ ਹਾਂ? ਗੁਰੂ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ ਇੱਧਰ ਉੱਧਰ ਪਦਾਰਥਾਂ ਪਿੱਛੇ, ਬੰਦਿਆਂ ਪਿੱਛੇ, ਢੇਰ ਧਾਰੀਆਂ ਪਿੱਛੇ, ਹੋਰ ਥਾਂ ਪਰ ਥਾਂ ਬੰਦਾ ਭਟਕਦਾ ਹੈ ਕਿ ਸ਼ਾਇਦ ਉਥੋਂ ਬੜੀ ਜਲਦੀ ਸੁੱਖ ਮਿਲ ਜਾਣਗੇ, ਪਦਾਰਥਾਂ 'ਚੋਂ ਸੁੱਖ ਮਿਲੇਗਾ। ਤੇ ਕਬੀਰ ਸਾਹਿਬ ਕਹਿੰਦੇ ਪਾਪੀ ਜੀੜਾ ਲੋਭ ਕਰਤ ਹੈ ਆਜ ਕਾਲ ਉੱਠ ਜਾਹੇਗਾ। ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਭੁਲਾਹੇਗਾ। ਧਨ ਜੋਬਨ ਕਾ ਗਰਭ ਨਾ ਕੀਜੈ ਕਾਗਦ ਜਿਉਂ ਗੜ ਜਾਹੇਗਾ। ਕਹਿੰਦੇ ਪਦਾਰਥਾਂ ਦਾ, ਧਨ ਦਾ, ਜੋਬਨ ਦਾ ਤੇ ਜਵਾਨੀ ਦਾ ਲਾਲਚ ਨਾ ਕਰ। ਇਹ ਚੀਜ਼ਾਂ ਕੁਝ ਨਹੀਂ ਹਨ। ਜਿਵੇਂ ਕਾਗਜ਼ ਹੈ, ਥੋੜਾ ਜਿਹਾ ਪਾਣੀ ਪਿਆ ਤੇ ਕਾਗਜ਼ ਝੱਟ ਗਲ ਗਿਆ, ਖਤਮ ਹੋ ਗਿਆ। ਇਸੇ ਤਰ੍ਹਾਂ ਕਹਿੰਦੇ ਤੇਰੀ ਹਾਲਤ ਵੀ ਕਾਗਜ਼ ਤੋਂ ਵੱਧ ਕੇ ਨਹੀਂ ਹੈ। ਐਵੇਂ ਨਾ ਪਦਾਰਥਾਂ ਦਾ ਹੰਕਾਰ ਕਰ ਤੇ ਪਦਾਰਥਾਂ ਤੇ ਟੇਕ ਰੱਖ। ਜੋ ਜਮ ਆਏ ਕੇਸ ਗੈ ਪਕੜੈ ਤਾਂ ਦਿਨ ਕਿਛ ਨਾ ਬਸਾਹੇਗਾ। ਜਦੋਂ ਕਹਿੰਦੇ ਜਮਾ ਨੇ ਆ ਕੇ ਵਾਲਾਂ ਤੋਂ ਫੜ ਲਿਆ, ਬੇਸ਼ੱਕ ਧਨ ਤੇਰੇ ਕੋਲ ਹੋਏ, ਜੋਬਨ ਜਵਾਨੀ ਤੇਰੇ ਕੋਲ ਹੋਵੇ, ਪਦਾਰਥ ਤੇਰੇ ਕੋਲ ਹੋਣ, ਵੱਡੇ ਵੱਡੇ ਉੱਚੇ ਉੱਚੇ ਅਹੁਦੇ ਤੇਰੇ ਕੋਲ ਹੋਣ, ਪਰ ਜਦੋਂ ਜਮਾ ਨੇ ਆ ਕੇ ਫੜ ਲਿਆ ਤੇ ਫਿਰ ਇਹ ਚੀਜ਼ਾਂ ਤੇਰੇ ਕਿਸੇ ਕੰਮ ਨਹੀਂ ਆਉਣੀਆਂ, ਨਾ ਇਹਨਾਂ 'ਚੋਂ ਕਿਸੇ ਨੇ ਤੈਨੂੰ ਜਮਾ ਤੋਂ ਛੁਡਾ ਸਕਣਾ ਹੈ।
ਜੋ ਜਮ ਆਏ ਕੇਸ ਗੈ ਪਕੜੈ, ਤਾਂ ਦਿਨ ਕਛ ਨਾ ਬਸਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾਂ ਖਾਹੇਗਾ। ਕਹਿੰਦੇ ਪਰਮਾਤਮਾ ਦਾ ਭਜਨ ਕੀਤਾ ਹੋਏ ਫਿਰ ਬੰਦੇ ਨੂੰ ਨਾ ਤੇ ਜਮਾਂ ਦਾ ਡਰ ਰਹਿੰਦਾ ਹੈ, ਨਾ ਜਮਾਂ ਦੀ ਮਾਰ ਸਹਿਣੀ ਪੈਂਦੀ ਹੈ। ਪਰ ਜਿਹੜੇ ਮਨੁੱਖ ਨੇ ਸਿਮਰਨ ਭਜਨ ਦਇਆ ਨਹੀਂ ਕੀਨੀ, ਨਾ ਪਰਮਾਤਮਾ ਦਾ ਸਿਮਰਨ ਕੀਤਾ, ਭਗਤੀ ਕੋਈ ਨਹੀਂ ਕੀਤੀ, ਦਇਆ ਭਾਵ ਕਿਸੇ ਤੇ ਪਰ ਉਪਕਾਰ ਨਹੀਂ ਕੀਤਾ, ਕਿਸੇ ਦਾ ਕਦੇ ਭਲਾ ਨਹੀਂ ਕੀਤਾ, ਉਹਨੂੰ ਫਿਰ ਬੜੇ ਤਰ੍ਹਾਂ ਦੀਆਂ ਜਮਾਂ ਦੀਆਂ ਚੋਟਾਂ ਖਾਣੀਆਂ ਪੈਂਦੀਆਂ। ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ। ਕਹਿਤ ਕਬੀਰ ਸੁਨੋ ਰੇ ਸੰਤੋ, ਸਾਧ ਸੰਗਤ ਤਰ ਜਾਹੇਗਾ। ਕਹਿੰਦੇ ਜਦੋਂ ਧਰਮ ਰਾਏ ਨੇ ਲੇਖਾ ਮੰਗਣਾ, ਕਿਹੜਾ ਮੁਖ ਲੈ ਕੇ ਉਹਦੇ ਸਾਹਮਣੇ ਜਾਏਗਾ। ਪੱਲੇ ਤੇਰੇ ਹੋਣਾ ਕੁਝ ਨਹੀਂ ਹੈ, ਤੇ ਸਾਹਮਣੇ ਜਾਣ ਦੀ ਤੇਰੇ 'ਚ ਹਿੰਮਤ ਕੋਈ ਨਹੀਂ ਹੋਣੀ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਜੇ ਤੇ ਪਾਰ ਲੰਘਣਾ ਹੈ, ਜੇ ਜਮਾਂ ਦੇ ਫਾਹੇ ਤੋਂ ਛੁੱਟਣਾ ਹੈ, ਫਿਰ ਉਹ ਕਹਿੰਦੇ ਤੂੰ ਸੰਗਤ 'ਚ ਜੁੜ, ਪਰਮਾਤਮਾ ਦੇ ਨਾਮ ਦੇ ਨਾਲ ਜੁੜ, ਪਛਤਾਉਣਾ ਨਹੀਂ ਪਵੇਗਾ। ਰਾਮ ਸਿਮਰ ਪਛਤਾਹੇਗਾ ਮਨ। ਪਰਮਾਤਮਾ ਦਾ ਧਿਆਨ ਧਰ, ਨਾ ਮਾਲਕ ਨੂੰ ਜਪ, ਨਹੀਂ ਤੇ ਪਛਤਾਉਣਾ ਪਵੇਗਾ। ਮਾਲਕ ਹੈ ਵਿਸ਼ਾਲ ਸਮੁੰਦਰ, ਤੇ ਜਿਹੜੇ ਸਮੁੰਦਰ ਸਾਗਰ ਰੂਪੀ ਪਰਮਾਤਮਾ ਦੇ ਨਾਲ ਜੁੜ ਜਾਂਦੇ ਹਨ, ਉਹਨਾਂ ਨੂੰ ਫੇਰ ਪਛਤਾਉਣਾ ਕੋਈ ਨਹੀਂ ਪੈਂਦਾ ਹੈ। ਜਿਵੇਂ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਲੋਕ ਸਮੁੰਦਰ ਰੂਪੀ ਪਰਮਾਤਮਾ ਨੂੰ ਛੱਡ ਕੇ ਤੇ ਛੋਟੇ ਛੋਟੇ ਛੱਪੜਾਂ ਦੀਆਂ ਠੋਕਰਾਂ ਖਾਂਦਿਆਂ ਹੋਇਆਂ ਤੇ ਆਪਣਾ ਜੀਵਨ ਬਰਬਾਦ ਕਰ ਲੈਂਦੇ ਹਨ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾਂ ਕੋ ਸੀਸ ਨਿਵਾਇਓ। ਉਹ ਕਹਿੰਦੇ ਕੋਈ ਪੱਥਰਾਂ ਨੂੰ ਰੱਖ ਕੇ ਪੱਥਰਾਂ ਨੂੰ ਪੂਜਣ ਤੇ ਲੱਗਿਆ ਹੋਇਆ ਹੈ। ਕਾਹੂ ਲੈ ਲਿੰਗ ਗਰੇ ਲਟਕਾਇਓ, ਕੋਈ ਸ਼ਿਵ ਲਿੰਗ ਦੀ ਪੂਜਾ 'ਚ ਲੱਗਿਆ, ਕੋਈ ਦੱਖਣ ਵਾਲੇ ਪਾਸੇ ਮਾਲਕ ਨੂੰ ਸਮਝ ਕੇ ਉਧਰ ਨੂੰ ਸਿਰ ਝੁਕਾਉਣ ਤੇ ਲੱਗਿਆ, ਕੋਈ ਪੱਛਮ ਵਾਲੇ ਪਾਸੇ ਮਾਲਕ ਨੂੰ ਸਮਝ ਕੇ ਉਧਰ ਨੂੰ ਸਿਜਦੇ ਕਰ ਰਿਹਾ ਹੈ। ਕਉ ਬੁਤਾਨ ਕੋ ਪੂਜਤ ਹੈ, ਪਸ ਕਉ ਮਿਰਤਾਨ ਕੋ ਪੂਜਨ ਧਾਇਓ। ਕੋਈ ਦਿਨ ਰਾਤ ਬੁੱਤਾਂ ਦੀ ਪੂਜਾ ਤੇ ਲੱਗਿਆ ਹੈ, ਕੋਈ ਮੁਰਦਿਆਂ ਦੀ ਪੂਜਾ ਤੇ, ਕਬਰਾਂ ਦੀ ਪੂਜਾ ਤੇ ਲੱਗਿਆ ਹੈ। ਇੱਦਾਂ ਫਿਰ ਹਜੂਰ ਕਹਿੰਦੇ ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਕੂਰ ਕਿਰਿਆ ਕੀ ਹੈ? ਸਮਝੋ ਛੋਟੇ ਛੋਟੇ ਛੱਪੜ, ਤੇ ਭਗਵਾਨ ਪਰਮਾਤਮਾ ਕੀ ਹੈ? ਮਾਲਕ ਨਿਰੰਕਾਰ ਰੂਪੀ ਸਮੁੰਦਰ, ਜਿਹੜਾ ਕੇਵਲ ਦੱਖਣ ਪੱਛਮ ਦੇ ਚੱਕਰ 'ਚ ਅਟਕਿਆ ਪਿਆ ਹੈ, ਜਿਹੜਾ ਕੇਵਲ ਕਿਸੇ ਮੁਰਦੇ, ਕਿਸੇ ਕਬਰ ਦੀ ਪੂਜਾ 'ਚ, ਕਿਸੇ ਪੱਥਰ ਦੀ ਪੂਜਾ 'ਚ, ਕਿਸੇ ਬੁੱਤ ਦੀ ਪੂਜਾ 'ਚ ਅਟਕਿਆ ਪਿਆ ਹੈ। ਉਹ ਇੱਦਾਂ ਸਮਝੋ ਕਿ ਜਿਵੇਂ ਛੱਪੜਾਂ ਦੇ ਵਿੱਚ ਹੀ ਠੋਕਰਾਂ ਖਾਂਦਾ ਪਿਆ ਹੈ। ਤੇ ਕਬੀਰ ਸਾਹਿਬ ਕਹਿੰਦੇ ਜੇ ਰਵੇਂਗਾ ਕਿਸੇ ਛੱਪੜ ਦੇ ਵਿੱਚ, ਤੇ ਫਿਰ ਤੇਰੇ ਤੇ ਜਾਲ ਹਰ ਵਕਤ ਮੌਤ ਦਾ ਬਰਕਰਾਰ ਹੈ, ਹਰ ਵਕਤ ਮੌਤ ਦਾ ਜਾਲ ਬਰਕਰਾਰ। ਕਬੀਰ ਥੋੜਾ ਜਲ ਮਛਲੀ ਝੀਵਰ ਮੇਲਿਓ ਜਾਲ, ਇਹ ਟੋਗਨੇ ਨਾ ਛੂਟਸੈ ਫਿਰ ਕਰ ਸਮੁੰਦ ਸੰਭਾਲ। ਕਹਿੰਦੇ ਇੱਦਾਂ ਛੋਟੇ ਛੋਟੇ ਛੱਪੜਾਂ 'ਚ ਰਿਆਂ ਤੂੰ ਬਚ ਕੋਈ ਨਹੀਂ ਸਕਦਾ ਹੈ। ਵਿਕਾਰ ਤੇਰੇ ਤੇ ਪ੍ਰਭਾਵ ਪਾਉਣਗੇ, ਮੌਤ ਤੇਰੇ ਤੇ ਪ੍ਰਭਾਵ ਪਾਵੇਗੀ, ਬੁਰਾਈਆਂ ਤੇਰੇ ਜੀਵਨ ਤੇ ਹਾਵੀ ਹੋਣਗੀਆਂ। ਤੂੰ ਮਾਲਕ ਰੂਪੀ ਸਮੁੰਦਰ ਦੇ ਨਾਲ ਜੁੜ ਤੇ ਫਿਰ ਬਚੇਗਾ। ਅਗਲੇ ਸ਼ਲੋਕ 'ਚ ਹੁਣ ਕਬੀਰ ਸਾਹਿਬ ਫਿਰ ਦੂਜਾ ਪੱਖ ਵਰਣਨ ਕਰਦੇ ਹਨ, ਜਾਂ ਇੱਦਾਂ ਕਹਿ ਲਈਏ ਕਿ ਜਗਿਆਸੂ ਸਾਹਮਣੇ ਬੈਠਾ ਤੇ ਕਬੀਰ ਸਾਹਿਬ ਉਹਨੂੰ ਉਪਦੇਸ਼ ਦਿੰਦੇ ਹਨ ਕਿ ਭਲਿਆ ਕੀ ਤੂੰ ਥਾਂ ਥਾਂ ਦੀਆਂ ਠੋਕਰਾਂ ਖਾਂਦਾ ਪਿਆ ਹੈ? ਮਾਲਕ ਦੇ ਨਾਲ ਜੁੜ, ਨਿਰੰਕਾਰ ਰੂਪੀ ਸਮੁੰਦਰ ਦੇ ਸਾਗਰ ਦੇ ਨਾਲ ਜੁੜ, ਮੱਛੀ ਦਾ ਪ੍ਰਮਾਣ ਦੇ ਕੇ। ਤੇ ਹੁਣ ਅੱਗੋਂ ਮੱਛੀ ਰੂਪੀ ਜੀਵ ਕੀ ਉੱਤਰ ਦਿੰਦਾ ਹੈ? ਕਬੀਰ ਜੀ ਮੈਂ ਜੁੜ ਤੇ ਜਾਵਾਂ ਸਮੁੰਦਰ ਸਾਗਰ ਰੂਪੀ ਪਰਮਾਤਮਾ ਦੇ ਨਾਲ, ਪਰ ਸਮੁੰਦਰ ਤੇ ਖਾਰਾ ਹੈ। ਮੱਛੀ ਕਵੇ ਜੀ ਵੇਖੋ ਛੱਪੜ ਦਾ ਪਾਣੀ ਤੇ ਕਿੰਨਾ ਸਾਫ਼ ਹੈ, ਸਮੁੰਦਰ ਦਾ ਪਾਣੀ ਤੇ ਖਾਰਾ ਹੈ। ਬੰਦਾ ਕਵੇ ਜੀ ਆ ਛੋਟੇ ਮੋਟੇ ਰਸਤੇ ਪਦਾਰਥ ਤਾਂ ਬੜਾ ਵਧੀਆ, ਅਲਪ ਸੁੱਖ, ਇੱਧਰੋਂ ਪੈਸੇ ਦਵੋ ਇੱਧਰੋਂ ਨਾਲ ਦੀ ਨਾਲ ਸੁੱਖ ਦਾ ਸਾਧਨ ਮਿਲ ਗਿਆ, ਸੁੱਖ ਮਿਲ ਗਿਆ।
पर किहड़ा धर्म के रस्ते ते चलेगा, किहड़ा बंदगी के रस्ते ते चलेगा, ये तो राह बड़ा औखा है। क्योंकि ये जिहड़ा गुरु का रस्ता, धर्म का रस्ता जां सच का रस्ता है, तो ये औखा राह ही है। इनू गुरु कहते आखण औखा साचा नाओ। खंडे धार गली अत भीड़ी, ये ते खन्निओ तिखी वालों निक्की, एत मार्ग जाना बड़ा औखा रस्ता है। असी चाहते हाँ सानू कोई ना कोई धर्म का सौखा जिहा रस्ता लभे, इधरों कर्म करिए, इधर नालों नाल फल प्राप्त हुंदा जावे ते आपां बैठियां बिठाया सुख भोगदे रहिए। मनुख संसारी तौर पर भी इदां ही चाहुंदा है कि नालों नाल प्रॉफिट, नालों नाल लाभ प्राप्त होवे। ते बहुत लोग फिर इन्हां ही शॉर्टकटां दे यतन दे विच जिंद नूं वड्डे जंजाल ते वड्डे फाहे पा बैंदे हन। कबीर साहब कहते कबीर समुंद ना छोटी है, जो अत खारो होए। वो कहते मैं मानदा हाँ समुंदर खारा है, पर फिर भी समुंदर नूं छड्डना नहीं चाहिए है। मच्छी नूं जिवें वो कहते कि वेख तू छोटे जे छप्पड़ दे विच है, किसी ने जाल सुटिया तू भज के कित्थे जाएगी। समुंदर दे विच वेख भावें ठीक है वो खारा है, पर फिर भी तेरे कोलों जिंद नूं जिंदगी नूं बचाउण दे लई किन्ने रस्ते मौजूद हैं। ठीक है जिहड़ा गुरु ने सानू मार्ग दसिया है, धर्म का मार्ग, गुरसिੱਖੀ का मार्ग, ये मार्ग सौखा नहीं है। ये सिर धर तली गली मेरी आओ दा मार्ग है। ये मार्ग पहला मरण कबूल, जीवन की छड़ आस हो सबना की रेणुका, तो आओ हमारे पास। ये मार्ग है पहला मौत कबूल करन दा मार्ग। पर महाराज कहते जिन्हां ने इस रस्ते नूं कबूल कर लिया, इस मार्ग नूं कबूल कर लिया, फिर उन्हां दे जीवन अंदर वो भै नहीं रहिंदा जिहड़ा भै जिवें मच्छी एक छप्पड़ दे विच है ते उहदे सिर ते मौत दा भै बरकरार है। कबीर समुंद ना छोटी है, जो अत खारो होए, पोखर पोखर ढूंढते भलो न कह है कोई। वो कहंदे तू समुंदर ना छड्ड, ठीक है खारा है पर इनू कबूल कर, खारे च रहना सिख। जगह जगह ते जेड़े ठोकरां खांदे हन, भला उन्हां नूं कोई नहीं जे कहिंदा। जेड़े थां थां ते ठोकरां खांदे हन उन्हां नूं कोई भला, कोई उत्तम, कोई चंगा नहीं कहिंदा। गुरु का उपदेश सानू ये है कि असी जगह जगह दीयां ठोकरां ना खाईए, असी मूल दे नाल जुड़ के रहिए, टुकड़े टुकड़े ना होइए। क्योंकि जदों धड़ियां च वंडे जांदे हां, परिवार वंडे जाते हैं, तो उदों फिर मुसीबतां भी वध जांदियां ने ते तरक्की दे रस्ते भी घट जाते हैं। एकता च बल है, फल है, लाहा है, ते खंड खंड होया, टुकड़े टुकड़े होया नुकसान ही नुकसान। असी अपना इतिहास पढ़ के वेखीए, धन बाबा बंदा सिंह बहादुर गुरदास नंगल दी गढ़ी दे विच हन, कल्ले नहीं हन, होर भी किन्ने सिख नाल सन। सरदार विनोद सिंह ते होर सिख। मुगलों के नाल मुकाबला चलता रहा, भावें उन्हां ने बाहरों घेरा भी पाया, पर सिख बहादरी ते एके दे नाल लड़ते रहे। जेड़े एके दे नाल गुरु किया सिखां ने सरहंद नूं फतेह कीता सी। सरहंद नूं जितना कोई सौखी गल नहीं सी। बाबा बंदा बहादुर नूं महाराज ने केवल 5 सिखां समेत नदेड़ तो तोरिया सी, पर इत्थे जदों चप्पड़ चिड़ी दे मैदान तक बाबा बंदा सिंह बहादुर पहुँचे हैं, ते समुचा पंथ उन्हां दी कंध ते खलोता सी। सारे उच्च कोटि दे सिख सरदार अपने अपने जथियां समेत बाबा बंदा सिंह बहादुर दे नाल सन, ते उस एकता करके, उस इकट्ठ करके, आपसी मिलवर्तन करके बाबा बंदा सिंह बहादुर जां समुचे पंथ ने, खालसा दल ने सूबा सरहंद नूं जित लिया, जिहदी पिठ ते दिल्ली दी हुकूमत खड़ी सी, फिर भी जित लिया।
ਉਹੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜੀ 'ਚ ਹਨ। ਸਿੱਖ ਉਹਨਾਂ ਦੇ ਨਾਲ ਸਨ ਪਹਿਲਾਂ ਸਾਰੇ ਹੀ, ਪਰ ਵਕਤ ਪਾ ਕੇ ਆਪਸ ਦੇ ਵਿੱਚ ਫੁੱਟ ਪੈ ਗਈ। ਹੁਣ ਜਦੋਂ ਫੁੱਟ ਪੈ ਗਈ, ਅੱਧੇ ਵਿੱਚੋਂ ਸਾਥ ਛੱਡ ਕੇ ਚਲੇ ਗਏ। ਉਹਨਾਂ ਦੇ ਵਿਚਾਰ ਹੋਰ ਸਨ, ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਚਾਰ ਹੋਰ ਸਨ ਇਹਨਾਂ ਦੇ ਨਾਲ ਦੇ ਸਿੰਘਾਂ ਦੇ। ਹੁਣ ਉਹ ਜਦੋਂ ਫੁੱਟ ਪਈ ਤੇ ਉਦੋਂ ਬਾਅਦ ਵੇਖੋ ਫਿਰ ਜਿਹੜੇ ਹੁਣ ਤੱਕ ਏਕਤਾ ਕਰਕੇ ਸਫਲਤਾ ਹਾਸਲ ਕਰਦੇ ਆਏ ਸਨ, ਕਰੀਬਨ 1708 ਦੇ ਅਖੀਰ 'ਚ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੰਦੇੜ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਸੀ ਤੇ 7-8 ਸਾਲ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੇ ਵਿੱਚ ਰਹੇ ਹਨ। ਤੇ ਇਹਨਾਂ 7-8 ਵਰਿਆਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਵੱਡੀਆਂ ਵੱਡੀਆਂ ਮੱਲਾਂ ਮਾਰਦਿਆਂ ਹੋਇਆਂ ਇੱਦਾਂ ਕਹਿ ਲਈਏ ਕਿ ਗੁਰੂ ਸਾਹਿਬ ਤੋਂ ਉਪਰੰਤ ਪਹਿਲੇ ਖਾਲਸਾ ਰਾਜ ਦੀ ਸਥਾਪਨਾ ਉਹਨਾਂ ਨੇ ਕਰ ਦਿੱਤੀ ਸੀ। ਖਾਲਸਾ ਰਾਜ ਦੀ ਰਾਜਧਾਨੀ ਵੀ ਕਾਇਮ ਕਰ ਦਿੱਤੀ ਗਈ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਤੇ ਸਿੱਕੇ ਤੱਕ ਜਾਰੀ ਕਰ ਦਿੱਤੇ ਗਏ। 7-8 ਵਰੇ ਪੰਥ ਦੀ ਏਕਤਾ ਕਰਕੇ ਜਿੱਤਾਂ ਪ੍ਰਾਪਤ ਕਰਦੇ ਰਹੇ, ਪਰ ਜਦੋਂ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਉਹ ਏਕਤਾ ਖਤਮ ਹੋਈ ਤੇ ਉਦੋਂ ਬਾਅਦ ਫਿਰ ਜੋ ਹੋਇਆ ਉਹ ਇਤਿਹਾਸ ਸਾਡੀਆਂ ਅੱਖਾਂ ਦੇ ਸਾਹਮਣੇ ਹੈ। ਬਾਬਾ ਬੰਦਾ ਸਿੰਘ ਬਹਾਦਰ ਵੀ ਫੜੇ ਗਏ, ਉਹਨਾਂ ਦੇ ਨਾਲ ਦੇ ਸਿੰਘ ਵੀ ਫੜੇ ਗਏ ਤੇ ਕੇਵਲ ਉਹਨਾਂ ਨੂੰ ਨਹੀਂ ਫੜਿਆ ਗਿਆ, ਉਦੋਂ ਬਾਅਦ ਜਿਹੜੇ ਸਾਥ ਛੱਡ ਕੇ ਗਏ ਸਨ ਜਾਂ ਹੋਰ ਜਿਹੜੇ ਗਰੀਬ ਕਿਰਤੀ ਸਿੱਖ ਪਿੰਡਾਂ ਖੰਡਾਂ ਦੇ ਵਿੱਚ ਰਹਿ ਕੇ ਕਿਰਤ ਕਰਦੇ ਸਨ, ਉਹਨਾਂ ਨੂੰ ਵੀ ਹਕੂਮਤ ਨੇ ਪਕੜ ਲਿਆ ਤੇ ਦਿੱਲੀ 'ਚ ਰੋਜ਼ 100 ਸਿੰਘਾਂ ਦੀ ਸ਼ਹਾਦਤ ਹੁੰਦੀ ਸੀ। ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ। ਤੇ ਇੱਕ ਦਿਨ ਫਿਰ ਐਸਾ ਆਇਆ ਜਿੱਦਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਸਖਤ ਤਸੀਹੇ ਦੇ ਕੇ ਤੇ ਸ਼ਹੀਦ ਕਰ ਦਿੱਤਾ ਗਿਆ। ਹੁਣ ਜਿਹੜੀ ਗੱਲ ਕਬੀਰ ਸਾਹਿਬ ਕਰ ਰਹੇ ਹਨ ਕਿ ਜੇ ਹੋਵੇ ਏਕਤਾ ਫਿਰ ਤਾਂ ਵੱਡੀਆਂ ਮੱਲਾਂ ਹਨ, ਜਿੱਤਾਂ ਹਨ, ਪਰ ਜੇ ਆਪਾਂ ਟੁਕੜੇ ਟੁਕੜੇ ਹੋ ਜਾਈਏ, ਵੰਡੇ ਜਾਈਏ ਤੇ ਫਿਰ ਦੁਸ਼ਮਣ ਹਾਵੀ ਹੁੰਦਾ ਹੈ। ਬੰਦਾ ਆਪ ਆਪਣੀਆਂ ਕਮਜ਼ੋਰੀਆਂ ਕਰਕੇ ਹਾਰ ਜਾਂਦਾ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਸਮੁੰਦਰ ਰੂਪੀ ਮਾਲਕ ਦੇ ਨਾਲ ਜੁੜ ਕੇ ਰਹਿਣਾ, ਇੱਧਰ ਉੱਧਰ ਛੋਟੇ ਮੋਟੇ ਪੋਖਰ ਤੇ ਭਰੋਸਾ ਨਹੀਂ ਰੱਖਣਾ। ਜੇ ਪੋਖਰਾਂ 'ਚ ਅਟਕੇ ਰਵਾਂਗੇ ਭਲੋ ਨਾ ਕਹਿ ਹੈ ਕੋਏ, ਫਿਰ ਕਿਸੇ ਨੇ ਭਲਾ ਨਹੀਂ ਜੇ ਕਹਿਣਾ, ਕਿਸੇ ਨੇ ਚੰਗਾ ਨਹੀਂ ਜੇ ਕਹਿਣਾ। ਸੋ ਇਹਨਾਂ ਦੋ ਸਲੋਕਾਂ ਦੇ ਰਾਹੀਂ ਕਬੀਰ ਸਾਹਿਬ ਜੀ ਇੱਕ ਤੇ ਪਰਮਾਤਮਾ ਦੇ ਨਾਲ ਜੁੜਨ ਦਾ ਉਪਦੇਸ਼ ਕਰ ਰਹੇ ਹਨ, ਪਰਮਾਤਮਾ ਦੇ ਨਾਮ ਦੇ ਨਾਲ। ਦੂਜੇ ਨੰਬਰ ਤੇ ਇੱਕ ਹੋਣ ਦਾ ਉਪਦੇਸ਼ ਵੀ ਇਹਨਾਂ ਬਚਨਾਂ ਦੇ ਰਾਹੀਂ ਉਹਨਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਅੱਗੇ 51 ਨੰਬਰ ਸਲੋਕ 'ਚ ਕਬੀਰ ਸਾਹਿਬ ਫਰਮਾਨ ਕਰਦੇ, ਕਬੀਰ ਨਿਗ ਸਾਏ ਬਹਿ ਗਏ ਥਾਂਗੀ ਨਾਹੀ ਕੋਏ। ਨਿਗ ਸਾਈ ਦਾ ਭਾਵ ਹੈ ਜਿਹੜਾ ਸਾਈਂ ਤੋਂ ਵਿਹੂਣਾ ਹੈ, ਖਸਮ ਤੋਂ ਰਹਿਤ ਹੈ, ਮਾਲਕ ਤੋਂ ਰਹਿਤ ਹੈ। ਸੰਸਾਰ ਰੂਪੀ ਸਮੁੰਦਰ ਦਾ ਪ੍ਰਵਾਹ ਚੱਲ ਰਿਹਾ ਹੈ ਤੇ ਇਸ ਸੰਸਾਰ ਰੂਪੀ ਸਮੁੰਦਰ ਅੰਦਰ ਵਿਸ਼ਿਆਂ ਵਿਕਾਰਾਂ ਦੀਆਂ ਲਹਿਰਾਂ ਬੜੀਆਂ ਪ੍ਰਬਲ ਹਨ, ਜਿਨ੍ਹਾਂ 'ਚ ਅਕਸਰ ਜੀਵ ਡੁੱਬਦੇ ਹਨ, ਜਿਹਨੂੰ ਗੁਰੂ ਨਾਨਕ ਮਹਾਰਾਜ ਇੱਦਾਂ ਵੀ ਵਰਣਨ ਕਰਦੇ ਹਨ ਕਿ ਪੰਕਜ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ। ਭਗਤ ਨਾਮਦੇਵ ਸਾਹਿਬ ਕਹਿੰਦੇ ਲੋਭ ਲਹਿਰ ਅਤ ਨੀਂਗਰ ਬਾਜੈ ਕਾਇਆ ਡੂਬੈ ਕੇਸ਼ਵਾ। ਲੋਭ ਦੀਆਂ ਬੜੀਆਂ ਭਿਆਨਕ ਲਹਿਰਾਂ ਚੱਲਦੀਆਂ ਨੇ ਜਿਹਦੇ 'ਚ ਜੀਵ ਲੋਭ ਕਰਕੇ ਲਾਲਚ ਕਰਕੇ ਡੁੱਬ ਜਾਂਦਾ ਹੈ। ਹੁਣ ਕਬੀਰ ਸਾਹਿਬ ਕਹਿੰਦੇ ਇੱਕ ਵੇਖੋ ਉਹ ਜੀਵ ਹਨ ਜਿਹੜੇ ਮਾਲਕ ਤੋਂ ਟੁੱਟੇ ਨੇ, ਗੁਰੂ ਤੋਂ ਟੁੱਟੇ ਹਨ, ਜਿਨ੍ਹਾਂ ਨੂੰ ਆਪਣੇ ਤਾਣ ਦਾ ਮਾਣ ਹੈ, ਗੁਰੂ ਤੋਂ ਟੁੱਟੇ, ਗੁਰੂ ਰੂਪੀ ਮਲਾਹ ਤੋਂ ਟੁੱਟੇ ਹੋਏ ਹਨ, ਆਪਣੀਆਂ ਸਿਆਣਪਾਂ ਦਾ ਮਾਣ ਹੈ, ਅਭਿਮਾਨ ਹੈ। ਇੱਦਾਂ ਦੇ ਜੀਵਾਂ ਦੇ ਨਾਲ ਫਿਰ ਕੀ ਬਣਦਾ ਹੈ? ਮਲਾਹ ਰੋਜ਼ ਬੇੜੇ ਨੂੰ ਇੱਧਰੋਂ ਉੱਧਰ, ਉੱਧਰੋਂ ਇੱਧਰ ਲਿਆਉਂਦਾ ਹੈ ਤੇ ਜੇ ਕਿਸੇ ਬੰਦੇ ਨੂੰ ਬਹੁਤ ਗਹਿਰੇ ਤੇ ਤੇਜ਼ ਲਹਿਰਾਂ ਵਾਲੇ ਸਾਗਰ ਅੰਦਰ ਬੇੜਾ ਤੇ ਚਲਾਉਣਾ ਨਾ ਆਉਂਦਾ ਹੋਵੇ
ਤੇ ਬੇੜਾ ਲੈ ਕੇ ਉਹ ਸਾਗਰ ਦੇ ਅੰਦਰ ਉਤਰ ਜਾਏ। ਸੰਭਾਲਣਾ ਬੇੜਾ, ਕਾਬੂ ਕਰਨਾ ਆਉਂਦਾ ਨਾ ਹੋਵੇ ਤੇ ਮਲਾਹ ਬੇੜੇ 'ਚ ਨਾ ਹੋਵੇ ਤੇ ਉਸ ਬੇੜੇ ਨੂੰ ਕੌਣ ਸੰਭਾਲੇਗਾ, ਕੌਣ ਬਚਾਵੇਗਾ? ਕਿਉਂਕਿ ਜਿਵੇਂ ਅਸੀਂ ਵੇਖੋ ਬਾਹਰ ਮੋਟਰ ਗੱਡੀ, ਕਾਰ, ਸਕੂਟਰ ਆਦਿਕ ਹੈ, ਚਲਾਉਣਾ ਸਿੱਖਣਾ ਪੈਂਦਾ ਹੈ, ਫਿਰ ਬੰਦਾ ਚਲਾਉਂਦਾ ਹੈ। ਉਹਦੇ ਤੋਂ ਬਿਨਾਂ ਚਲਾਉਣਾ ਸੰਭਾਲਣਾ ਉਹ ਔਖਾ ਹੈ। ਕਈ ਵਾਰ ਹਾਦਸਾ ਵੀ ਹੋ ਜਾਂਦਾ ਜਦੋਂ ਬੰਦੇ ਨੂੰ ਚਲਾਉਣ ਦੀ ਜਾਚ, ਡਰਾਈਵਿੰਗ ਨਹੀਂ ਆਉਂਦੀ ਹੈ ਤੇ ਬੰਦਾ ਗੱਡੀ ਨੂੰ ਹੱਥ ਪਾ ਲੈਂਦਾ ਹੈ। ਇਸੇ ਤਰ੍ਹਾਂ ਬੇੜੇ ਨੂੰ ਵੀ ਸੰਭਾਲਣ ਦਾ ਇੱਕ ਤਰੀਕਾ ਹੈ। ਜਿਹੜਾ ਮਲਾਹ ਨੂੰ ਪਤਾ ਹੈ, ਜਿਹੜਾ ਰੋਜ਼-ਰੋਜ਼ ਉਹ ਬੇੜੇ ਨੂੰ ਸੰਭਾਲਦਾ ਹੈ ਤੇ ਲਹਿਰਾਂ ਦੇ ਵਿੱਚੋਂ ਵੀ ਬੇੜੇ ਨੂੰ ਪਾਰਲੇ ਪਾਸੇ ਪਹੁੰਚਾ ਦਿੰਦਾ ਹੈ। ਹੁਣ ਕਿਸੇ ਨੂੰ ਬੇੜਾ ਸੰਭਾਲਣਾ ਨਾ ਆਉਂਦਾ ਹੋਵੇ, ਮਲਾਹ ਬੇੜੇ 'ਚ ਨਾ ਹੋਵੇ, ਬੰਦਾ ਸਾਗਰ ਅੰਦਰ, ਦਰਿਆ ਅੰਦਰ ਬੇੜੇ ਨੂੰ ਲੈ ਕੇ ਚਲਿਆ ਜਾਵੇ, ਉਹ ਆਪ ਵੀ ਡੁੱਬੇਗਾ, ਬੇੜਾ ਵੀ ਡੁੱਬ ਬੈਠੇਗਾ। ਬਿਲਕੁਲ ਇਹੀ ਗੱਲ ਕਬੀਰ ਸਾਹਿਬ ਸਮਝਾ ਰਹੇ ਹਨ ਕਿ ਜਿਹੜਾ ਬੰਦਾ ਕੇਵਲ ਆਪਣੀ ਚਲਾਕੀ ਤੇ ਆਪਣੀ ਸਿਆਣਪ ਦੇ ਅਭਿਮਾਨ ਦੇ ਵਿੱਚ ਹੈ ਤੇ ਗੁਰੂ ਰੂਪੀ ਮਲਾਹ ਤੋਂ ਜਿਹੜਾ ਟੁੱਟਿਆ ਪਿਆ ਹੈ, ਉਹਦੇ ਨਾਲ ਕੀ ਵਰਤਦਾ ਹੈ? ਉਹ ਸੰਸਾਰ ਰੂਪੀ ਸਾਗਰ ਦੀਆਂ ਵਿਕਾਰਾਂ ਦੀਆਂ, ਵਿਸ਼ਿਆਂ ਦੀਆਂ ਲਹਿਰਾਂ ਦੇ ਵਿੱਚ ਵਹਿ ਜਾਂਦਾ ਹੈ, ਉਹ ਡੁੱਬ ਜਾਂਦਾ ਹੈ। ਕਬੀਰ ਨਿਗ ਸਾਏ ਬਹਿ ਗਏ, ਥਾਂਗੀ ਨਾਹੀ ਕੋਏ। ਥਾਂਗੀ ਦਾ ਭਾਵ ਹੈ ਮਲਾਹ। ਕਹਿੰਦੇ ਉਹਨਾਂ ਦੇ ਰੁੜਨ ਦਾ ਕਾਰਨ, ਉਹਨਾਂ ਦੇ ਡੁੱਬਣ ਦਾ ਕਾਰਨ ਇਹ ਕਿ ਉਹਨਾਂ ਦੇ ਕੋਲ ਮਲਾਹ ਕੋਈ ਨਹੀਂ ਸੀ ਤੇ ਉਹਨਾਂ ਨੂੰ ਆਪਣੀ ਸਿਆਣਪ ਤੇ ਅਕਲ ਦਾ ਹੰਕਾਰ ਸੀ। ਦੂਜੇ ਪਾਸੇ ਕਬੀਰ ਸਾਹਿਬ ਕਹਿੰਦੇ ਉਹ ਗੁਰਮੁਖ ਜੀਵ ਜਿਹੜਾ ਗੁਰੂ ਨੂੰ ਸਮਰਪਿਤ ਹੋਇਆ, ਜਿਹਨੇ ਆਪਣੀ ਸਿਆਣਪ ਤੇ ਆਪਣੀ ਚਲਾਕੀ ਤੇ ਅਭਿਮਾਨ ਨਹੀਂ ਰੱਖਿਆ, ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਹੋਏ, ਜਿਹਨੇ ਦੀਨਤਾ, ਗਰੀਬੀ ਤੇ ਨਿਮਾਣਾਪਨ ਧਾਰਨ ਕਰਕੇ ਰੱਖਿਆ ਤੇ ਮਾਲਕ ਤੇ ਆਪਣੇ ਗੁਰੂ ਤੇ ਭਰੋਸਾ ਰੱਖਿਆ। ਸਿੱਖ ਨੇ ਗੁਰੂ ਕੋਲ ਆਉਣਾ ਹੈ ਤੇ ਸਾਡਾ ਗੁਰੂ ਤੇ ਭਰੋਸਾ ਵੀ ਪੂਰਾ ਹੋਣਾ ਚਾਹੀਦਾ ਹੈ ਕਿ ਗੁਰੂ ਮਲਾਹ ਸਾਨੂੰ ਪਾਰ ਲੰਘਾਏਗਾ। ਸਤਿਗੁਰੂ ਹੈ ਬੋਹਿਥਾ, ਵਿਰਲਾ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਧੰਨ ਗੁਰੂ ਕਲਗੀਧਰ ਮਹਾਰਾਜ ਤੇ ਨਾਲ ਕੁਝ ਸਿੱਖ ਆਨੰਦਪੁਰ ਸਾਹਿਬ ਮਹਾਰਾਜ ਸਤਲੁਜ ਦੇ ਪਤਨ ਤੇ ਪਹੁੰਚੇ। ਭਾਈ ਸੈਦਾ ਮਲਾਹ ਬੇੜਾ ਲੈ ਕੇ ਖੜਾ, ਮਹਾਰਾਜ ਬੇੜੇ 'ਚ ਅਸਵਾਰ, ਸਿੱਖ ਬੇੜੇ 'ਚ ਅਸਵਾਰ ਹੋਏ। ਸਤਿਗੁਰਾਂ ਦੇ ਹੁਕਮ ਤੇ ਭਾਈ ਸੈਦੇ ਨੇ ਬੇੜਾ ਚਲਾਇਆ ਤੇ ਪਤਨ ਦੇ ਦਰਿਆ ਦੇ ਦੂਜੇ ਪਾਸੇ ਸਿੱਖ ਪਹੁੰਚ ਗਿਆ। ਮਹਾਰਾਜ ਨੇ ਪੁੱਛਿਆ, ਸੈਦਿਆ ਤੇਰਾ ਕਿੰਨਾ ਕਿਰਾਇਆ ਹੋਇਆ? ਤੇ ਭਾਈ ਸੈਦਾ ਮਹਾਰਾਜ ਨੂੰ ਕਹਿਣ ਲੱਗਾ, ਸਤਿਗੁਰੂ ਤੁਸੀਂ ਤੇ ਕਾਇਨਾਤ ਦੇ ਮਾਲਕ ਹੋ, ਅਸੀਂ ਜੋ ਵੀ ਹਾਂ ਤੁਹਾਡੀਆਂ ਬਖਸ਼ਿਸ਼ਾਂ ਰਹਿਮਤਾਂ ਸਦਕਾ ਹੀ ਹਾਂ, ਜੋ ਖਾਂਦੇ ਭੋਗਦੇ ਪਏ ਹਾਂ ਤੁਹਾਡਾ ਹੀ ਹੈ, ਤੁਹਾਡੀ ਤੇ ਸੇਵਾ ਕਰਨ ਦਾ ਅੱਜ ਸੁਭਾਗ ਬਣਿਆ। ਮਹਾਰਾਜ ਪੈਸੇ ਕਾਹਦੇ, ਕਿਰਾਇਆ ਕਾਹਦਾ? ਅਦਬ ਤੇ ਸਤਿਕਾਰ ਸਹਿਤ ਸਤਿਗੁਰਾਂ ਨੂੰ ਹੱਥ ਜੋੜੇ। ਮਹਾਰਾਜ ਕਹਿਣ ਲੱਗੇ, ਨਹੀਂ ਸੈਦਿਆ ਇਹ ਤੇਰੀ ਕਿਰਤ ਹੈ ਤੇ ਇਮਾਨ ਸਹਿਤ ਜਿੰਨਾ ਤੇਰਾ ਕਿਰਾਇਆ ਬਣਦਾ ਉਹ ਕਿਰਾਇਆ ਲੈਣਾ ਤੇਰਾ ਵੀ ਫਰਜ਼ ਬਣਦਾ, ਕਿਰਾਇਆ ਦੇਣਾ ਸਾਡਾ ਵੀ ਫਰਜ਼ ਬਣਦਾ ਹੈ। ਇਸ ਕਰਕੇ ਜਿੰਨਾ ਤੇਰਾ ਕਿਰਾਇਆ ਬਣਿਆ ਤੂੰ ਦੱਸ। ਭਾਈ ਸੈਦਾ ਕਹਿਣ ਲੱਗਾ, ਨਹੀਂ ਮਹਾਰਾਜ ਤੁਹਾਡੇ ਕੋਲੋਂ ਕਿਰਾਇਆ ਨਹੀਂ ਲੈਣਾ। ਠੀਕ ਹੈ, ਇਮਾਨ ਹੈ, ਤੁਸੀਂ ਆਏ, ਮੈਂ ਤੁਹਾਨੂੰ, ਤੁਹਾਡੇ ਸਿੱਖਾਂ ਨੂੰ ਇੱਧਰ ਪਾਰ ਲੰਘਾਇਆ। ਮਹਾਰਾਜ ਸਾਰੀ ਦਿਹਾੜੀ ਧੰਦਾ ਹੀ ਤੇ ਕਰੀਦਾ, ਪੈਸੇ ਹੀ ਤੇ ਕਮਾਈਦੇ ਨੇ, ਤੁਹਾਡੇ ਕੋਲੋਂ ਕੋਈ ਨਹੀਂ ਪੈਸਾ ਲੈਣਾ। ਮਹਾਰਾਜ ਕਹਿਣ ਲੱਗੇ, ਨਹੀਂ ਜਦੋਂ ਸਾਰਿਆਂ ਕੋਲੋਂ ਪੈਸੇ ਲੈਂਦਾ ਹੈ ਫਿਰ ਸਾਡੇ ਕੋਲੋਂ ਪੈਸੇ ਕਿਉਂ ਨਹੀਂ ਲੈਣੇ? ਪੈਸੇ ਲੈਣੇ ਪੈਣਗੇ। ਇਹ ਕਹਿਣ ਲੱਗਾ, ਮਹਾਰਾਜ ਵੇਖੋ ਵੈਸੇ ਵੀ ਬਾਕੀ ਤੇ ਅਸੀਂ ਸਾਰਿਆਂ ਰਾਹੀਆਂ ਮੁਸਾਫਰਾਂ ਕੋਲੋਂ ਪੈਸੇ ਲੈਂਦੇ ਹਾਂ, ਜਿਹਨੂੰ ਦਰਿਆ ਪਾਰ ਕਰਾਉਂਦੇ ਹਾਂ, ਪਰ ਆਪਣੀ ਬਰਾਦਰੀ ਵਾਲਿਆਂ ਦੇ ਕੋਲੋਂ ਅਸੀਂ ਪੈਸਾ ਨਹੀਂ ਲੈਂਦੇ ਹਾਂ। ਜਿਹੜੇ ਮਲਾਹ ਹਨ, ਇੱਕ ਦੂਜੇ ਮਲਾਹ ਕੋਲੋਂ ਅਸੀਂ ਪੈਸਾ ਨਹੀਂ ਲੈਂਦੇ। ਇਸ ਕਰਕੇ ਮਹਾਰਾਜ ਤੁਸੀਂ ਵੀ ਤੇ ਸਾਡੀ ਬਰਾਦਰੀ ਦੇ ਹੋ ਤੇ ਅਸੀਂ ਆਪਣੀ ਬਰਾਦਰੀ ਵਾਲਿਆਂ ਕੋਲੋਂ ਪੈਸੇ ਤਾਂ ਨਹੀਂ ਲੈਂਦੇ, ਕਦੇ ਉਹਨਾਂ ਸਾਡੇ ਬੇੜੇ 'ਚ ਬਹਿਣਾ ਹੁੰਦਾ, ਕਦੇ ਅਸੀਂ ਉਹਨਾਂ ਦੇ ਬੇੜੇ 'ਚ ਬਹਿਣਾ ਹੁੰਦਾ, ਇੱਦਾਂ ਫਿਰ ਸਾਡਾ ਆਪਸ 'ਚ ਚੱਲਦਾ ਹੈ। ਮਹਾਰਾਜ ਅਸੀਂ ਆਪਣੀ ਬਰਾਦਰੀ ਵਾਲਿਆਂ ਕੋਲੋਂ ਪੈਸੇ ਨਹੀਂ ਲੈਂਦੇ, ਇਸ ਕਰਕੇ ਤੁਹਾਡੇ ਕੋਲੋਂ ਵੀ ਪੈਸੇ ਨਹੀਂ ਲੈਣੇ। ਸਿੱਖ ਬੜੇ ਹੈਰਾਨ,
कि हुण किथे सोढी सुल्तान धन गुरु कलगीधर महाराज, किथे गरीब मलाह सैदा ते गुरु नूं किदां अपनी बरादरी वाला कह रहा है। सिख बड़े हैरान। ते भाई सैदे ने अगली गल करदियां फिर सारी गल स्पष्ट कर दी कि उन्हें गुरु नूं क्यों अपनी बरादरी वाला कहा। भाई सैदा कहण लगा, महाराज वेखो अज तुसी बड़ी किरपा कीती, इस निमाणे नूं गरीब नूं नवाजिया, सिखां समेत आए, सेवा दिती, ते इस सैदे मलाह ने तुहानू आ छोटा जिहा दरिया पार करवाया, उधरों मैं इधर पारले किनारे ते पहुँचा दिता। सैदे मलाह ने अपना फर्ज पूरा कर दिता है। ते महाराज बेनती मेरी ये है कि जदों सैदा तुहाडे कोल आवे ते गुरु मलाह दाता जी तुसी किरपा करके सैदे नूं संसार रूपी सागर तो पार लंघा दिओ। मैं भी मलाह, तुसी भी मलाह, मैं लोगों नूं ये दरिया तो पार लंघाउंदा हां ते तुसी दुनिया दे लोगों नूं संसार रूपी सागर तो पार लंघाउंदे हो। ये है सिख दा एक भरोसा। सतगुरु है बोहिथा, विरला किने विचारिया, कर किरपा पार उतारिया। ते जेड़े जेड़े सिख दे मन च भरोसा हुंदा है कि गुरु पार लंघाउण वाला है ते सिख गुरु नूं समर्पित हुंदा, गुरु किरपा करदे हन, जीव नूं संसार सागर तो पार लंघा दिंदे हन। जेड़े अपने हंकार च अटके रहिंदे हन ते गुरु वाले बनदे ही कोई नहीं, गुरु ते भरोसा ही कोई नहीं करदे हन, वो महाराज कहंदे फिर वह जांदे हन। कबीर निगो साए बह गए थांगी नाही कोए, दीन गरीबी अपनी करते होए सो होए। इदों अगे कबीर साहब 52 नंबर सलोक अंदर परमात्मा दा नाम जपण वाले भगत ते एक साकत दी गल करदियां होया कहंदे, कबीर वैष्णो की कूकर भली, साकत की बुरी माए। वैष्णो की कूकर भली दा भाव भगती करन वाले दे कोल कहंदे एक कूकर भाव कुत्ती होवे। भगती करन वाला भगती कर रहा है, वो जीव जानवर उहदे नेड़े रहिंदा है। कहंदे ओ कूकर ओ कुत्ती भली है। दूजे पासे साकत की बुरी माए, एक साकत बंदा है, ओदी माँ समझो बहुत बुरी है, उस कूकर तो भी ज़्यादा बुरी है। कारण की है? एक तो वेखो जदों आपां गुरु की बाणी पढ़ीए, सतगुरु ने बाणी राही माँ नूं बड़ियां थावां ते सुचेत कीता है। ਜਿਹੜੀ माँ की औलाद परमात्मा दे नाल जुड़ी है, तिन धन जनेंदी माओ आए सफल से भी किया गया, वो माँ धन है ਜਿਹੜੀ माँ की औलाद परमात्मा दे नाल जुड़ी है। ते ਜਿਹੜੀ माँ की औलाद रब तो टुटी पई है, उस माँ बारे गुरु महाराज कहते, जिन हर हिरदै नाम न बसियो, तिन मात कीजै हर बांझा, तिन सुनी दे फिरै बिन नावै, ओए खप खप मूए करांझा। ਜਿਹੜੀ माँ की अगे औलाद के हिरदे च परमात्मा का नाम ही नहीं वसिया होया, ते औलाद दिन रात बुराइयां कमाउंदी पई है। गुरु कहते इदां दी औलाद नूं जन्म देण दे नालों ते बेहतर सी वो माँ बांझ ही रह जाती। बांझ ही, क्योंकि माँ का मुढ़ला फर्ज है, माँ की गोद ही बच्चे की पहली पाठशाला है, जिथों बच्चे ने सीखना है। साडे पुरातन विद्वानां दा कहना है, जननी जनै ता भगत जन, कह दाता कह सूर, नहीं ता जननी बांझ रहे काहे गवावै नूर। के जे माँ की कुखों बच्चे का जन्म होया, माँ का फर्ज बनता वो अपनी औलाद नूं जां भगत बनावे, जां उहनूं सूरमा बनावे, जां उहनूं दाता वंडण वाला बनावे। ते जेड़ी माँ अपनी औलाद अंदर तिन्ना गुणा चों एक भी गुण पैदा नहीं कर सकी, इहदे नालों चंगा सी वो इदां दी औलाद नूं जन्म ना ही देंदी। धन बाबा फरीद साहब जे मालक दे नाल जुड़े ते पिछे माँ की आसीस ने काम किया। माँ की सिक्ख्या सदका भावें वो मिठे का शक्कर का लालच दे के फरीद साहब नूं कहंदी सी, तू खुदा नूं याद कर, खुदा खाण दे लई शक्कर दवेगा। एक शक्कर दे लालच करके फरीद जुड़े
ਤੇ ਜੁੜਦਿਆਂ ਫਿਰ ਇੰਨਾ ਜੁੜ ਗਏ ਕਿ ਇੱਕ ਦਿਨ ਇਹ ਸ਼ੱਕਰ ਦੇ, ਮਿੱਠੇ ਦੇ, ਖੰਡ ਦੇ, ਮਿਸ਼ਰੀ ਦੇ ਸਵਾਦ ਬੜੇ ਫਿੱਕੇ ਰਹਿ ਗਏ। ਫਰੀਦ ਸਾਹਿਬ ਉਸ ਪਰਮ ਰਸ ਤੱਕ ਪਹੁੰਚ ਗਏ ਜਿਹਦੇ ਸਾਹਮਣੇ ਇਹ ਪਦਾਰਥਾਂ ਦੇ ਰਸ ਬਿਲਕੁਲ ਫਿੱਕੇ ਹਨ। ਫਰੀਦਾ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੋਂ। ਉੱਥੇ ਪਹੁੰਚ ਗਏ ਜਿੱਥੇ ਇਹ ਦੁਨੀਆ ਦੇ ਪਦਾਰਥ ਹੁਣ ਬਿਲਕੁਲ ਹੋਸ਼ੇ ਅਲਪ ਲੱਗਦੇ ਹਨ। ਪਰ ਇਹ ਜੀਵਨ ਦੀ ਅਵਸਥਾ ਉਥੋਂ ਤੱਕ ਬਣੀ ਕਿਵੇਂ? ਮਾਂ ਦੀ ਅਸੀਸ ਸਦਕਾ, ਮਾਂ ਦੀ ਪ੍ਰੇਰਣਾ ਸਦਕਾ, ਮਾਂ ਦੇ ਜੋੜਨ ਸਦਕਾ ਉਹ ਜੁੜਦਿਆਂ ਮਾਲਕ ਦੇ ਨਾਲ ਜੁੜ ਗਏ। ਸੋ ਮਾਂ ਚਾਹੇ ਬੱਚੇ ਨੂੰ ਰੱਬ ਦੇ ਨਾਲ ਜੋੜ ਸਕਦੀ ਹੈ, ਬੱਚੇ ਦੇ ਜੀਵਨ ਨੂੰ ਗੁਣਵਾਨ ਬਣਾ ਸਕਦੀ ਹੈ, ਤੇ ਜੇ ਮਾਂ ਚਾਹੇ ਤੇ ਬੱਚੇ ਨੂੰ ਵਿਗਾੜ ਵੀ ਸਕਦੀ ਹੈ। ਕਬੀਰ ਸਾਹਿਬ ਕਹਿੰਦੇ, ਕਬੀਰ ਵੈਸ਼ਨੋ ਕੀ ਕੂਕਰ ਭਲੀ, ਸਾਕਤ ਕੀ ਬੁਰੀ ਮਾਏ, ਉਹ ਨਿਤ ਸੁਣੈ ਹਰ ਨਾਮ, ਜਸ ਉਹ ਪਾਪ ਵਿਸਾਹਣ ਜਾਏ। ਕਹਿੰਦੇ ਸਾਕਤ ਦੇ ਕੋਲ ਜਿਹੜੀ ਕੂਕਰ ਹੈ, ਕੁੱਤੀ ਹੈ, ਉਹਦੇ ਭਗਤ ਦੇ ਕੋਲ, ਭਗਤ ਰੱਬ ਨੂੰ ਧਿਆਉਂਦਾ, ਮਾਲਕ ਨੂੰ ਜਪਦਾ ਹੈ, ਮਾਲਕ ਦੇ ਨਾਮ ਦੀ ਆਵਾਜ਼ ਹੀ ਉਸ ਜੀਵ ਦੇ, ਜਾਨਵਰ ਦੇ ਕੰਨਾਂ 'ਚ ਪੈਂਦੀ ਪਈ ਹੈ। ਉਹਨੂੰ ਸਮਝ ਆਵੇ ਨਾ ਆਵੇ ਗੱਲ ਵੱਖਰੀ ਹੈ, ਪਰ ਉਹਦੇ ਕੰਨਾਂ ਦੇ ਵਿੱਚ ਜਿਹੜੀ ਆਵਾਜ਼ ਪਹੁੰਚਦੀ ਪਈ ਹੈ ਉਹ ਉੱਤਮ ਆਵਾਜ਼ ਹੀ, ਰੱਬ ਦੇ ਨਾਂ ਦੀ ਆਵਾਜ਼ ਹੀ ਪਹੁੰਚਦੀ ਪਈ ਹੈ। ਪਰ ਦੂਜੇ ਪਾਸੇ ਸਾਕਤ ਦੀ ਮਾਂ ਆਪਣੇ ਸਾਕਤ ਔਲਾਦ ਦੇ ਪਾਪ ਹੀ ਲੁਕਾਉਣ 'ਤੇ ਲੱਗੀ ਰਹਿੰਦੀ, ਤੇ ਸਾਕਤ ਰੋਜ਼-ਰੋਜ਼ ਪਾਪ ਕਮਾਉਣ 'ਤੇ ਚੱਲਿਆ ਰਹਿੰਦਾ। ਕਿਉਂਕਿ ਔਲਾਦ ਪ੍ਰਤੀ ਇੱਕ ਮੋਹ ਮਮਤਾ ਮਾਂ ਦੀ ਹੁੰਦੀ ਹੈ, ਤੇ ਮਾਂ ਫਿਰ ਪੁੱਤਰ ਦੇ ਅਵਗੁਣਾਂ ਨੂੰ, ਔਲਾਦ ਦੇ ਅਵਗੁਣਾਂ ਨੂੰ ਢੱਕਣ 'ਤੇ ਲੱਗੀ ਰਹਿੰਦੀ ਹੈ। ਸੋ ਇਹਦੇ ਨਾਲ ਫਿਰ ਉਹ ਵੀ ਅੱਗੇ ਪਾਪਾਂ ਦੀ ਭਾਗੀਦਾਰ ਬਣਦੀ ਹੈ। ਇਸ ਕਰਕੇ ਕਬੀਰ ਸਾਹਿਬ ਦੇ ਇਹਨਾਂ ਬਚਨਾਂ ਦਾ ਭਾਵ ਇਹ ਹੈ ਕਿ ਇੱਕ ਮਾਂ ਦਾ ਫਰਜ਼ ਬਣਦਾ ਹੈ ਕਿ ਜੋ ਉਹਦੀ ਜ਼ਿੰਮੇਵਾਰੀ ਹੈ ਆਪਣੀ ਔਲਾਦ ਦੇ ਪ੍ਰਤੀ, ਉਹਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਨਾ, ਧਰਮ ਦੇ ਨਾਲ ਜੋੜਨਾ, ਸੱਚ ਦੇ ਨਾਲ ਜੋੜਨਾ। ਮਾਂ ਆਪਣੇ ਫਰਜ਼ ਪ੍ਰਤੀ, ਆਪਣੀ ਜ਼ਿੰਮੇਵਾਰੀ ਪ੍ਰਤੀ ਪੂਰੀ ਤਰ੍ਹਾਂ ਇਮਾਨਦਾਰੀ ਵਰਤਦਿਆਂ ਤੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਵੇ। ਸਾਡੇ ਇਤਿਹਾਸ 'ਚ ਕਿੰਨੀਆਂ ਮਾਵਾਂ ਦੀਆਂ ਮਿਸਾਲਾਂ ਹਨ ਜਿੱਥੇ ਮਾਂ ਨੇ ਆਪਣੀ ਮਮਤਾ ਦੇ ਸਹਾਰੇ ਹੀ ਵਿਗੜੀ ਹੋਈ ਔਲਾਦ ਨੂੰ ਵੀ ਸਿੱਧੇ ਰਸਤੇ 'ਤੇ ਪਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਪੁੱਤਰ ਮਹਾਰਾਜਾ ਦਲੀਪ ਸਿੰਘ, ਡੋਗਰਿਆਂ ਨੇ ਬੇਈਮਾਨੀਆਂ ਕੀਤੀਆਂ, ਖਾਲਸੇ ਰਾਜ ਦਾ ਅੰਤ ਹੋਇਆ। ਦਲੀਪ ਸਿੰਘ ਨੂੰ ਅੰਗਰੇਜ਼ ਆਪਣੇ ਨਾਲ ਇੰਗਲੈਂਡ ਲੈ ਗਏ। ਉੱਥੇ ਜਾ ਕੇ ਸਿੱਖੀ ਤੋਂ ਦੂਰ ਕਰ ਦਿੱਤਾ ਗਿਆ, ਧਰਮ ਤੋਂ ਦੂਰ ਕਰ ਦਿੱਤਾ ਗਿਆ, ਮਾਂ ਜਿੰਦਾ ਤੋਂ ਦੂਰ ਕੀਤਾ ਗਿਆ, ਤੇ ਸਹਿਜੇ ਸਹਿਜੇ ਸਿੱਖੀ ਜਾਂ ਜੋ ਸਾਡਾ ਆਪਣਾ ਇੱਧਰ ਦਾ ਸੱਭਿਆਚਾਰ ਸੀ ਉਹਦੇ ਤੋਂ ਮਹਾਰਾਜਾ ਦਲੀਪ ਸਿੰਘ ਬਹੁਤ ਦੂਰ ਹੋ ਗਏ। ਸਿਰ ਦੇ ਵਾਲ ਵੀ ਕਟਾ ਦਿੱਤੇ ਗਏ। ਕਿੰਨੇ ਸਾਲ ਮਾਂ ਪੁੱਤਰ ਨੂੰ ਮਿਲਣ ਨਹੀਂ ਦਿੱਤਾ ਗਿਆ, ਮਹਾਰਾਣੀ ਜਿੰਦਾ ਤੇ ਦਲੀਪ ਸਿੰਘ ਨੂੰ। ਬਹੁਤ ਜ਼ਿਆਦਾ ਯਤਨਾਂ ਤੋਂ ਬਾਅਦ ਇੱਕ ਸਮਾਂ ਐਸਾ ਆਇਆ ਜਦੋਂ ਮਹਾਰਾਣੀ ਜਿੰਦਾ ਤੇ ਉਹਦੇ ਪੁੱਤਰ ਦਲੀਪ ਸਿੰਘ ਦੀ ਮੁਲਾਕਾਤ ਦਾ ਸਮਾਂ ਬਣਿਆ ਕਲਕੱਤੇ ਵਿਖੇ। ਕਿਉਂਕਿ ਨਾ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਆਉਣ ਦਿੱਤਾ ਗਿਆ ਤੇ ਨਾ ਬਾਅਦ 'ਚ ਮਹਾਰਾਣੀ ਜਿੰਦਾ ਨੂੰ। ਉਹਨਾਂ ਦੀ ਮੁਲਾਕਾਤ ਹੋਈ ਕਲਕੱਤੇ ਵਿਖੇ। ਉਦੋਂ ਤੱਕ ਮਹਾਰਾਣੀ ਜਿੰਦਾ, ਜਿਨ੍ਹਾਂ ਨੇ ਬਹੁਤ ਕਸ਼ਟ ਆਪਣੇ ਪਿੰਡੇ 'ਤੇ ਹੰਢਾਏ, ਰੋ ਰੋ ਕੇ ਅੱਖਾਂ ਦੀ ਜੋਤ ਵੀ ਉਹਨਾਂ ਦੀ ਖਤਮ ਹੋ ਗਈ ਸੀ। ਅੱਜ ਕਿੰਨੇ ਸਾਲਾਂ ਬਾਅਦ ਮਹਾਰਾਜਾ ਦਲੀਪ ਸਿੰਘ ਆਪਣੇ ਪੁੱਤਰ ਨੂੰ ਮਿਲਣ ਦਾ ਜਦੋਂ ਸਮਾਂ ਬਣਿਆ, ਮਹਾਰਾਣੀ ਤੇ ਪੁੱਤਰ ਦਲੀਪ ਸਿੰਘ ਆਪਸ ਦੇ ਵਿੱਚ ਮਿਲੇ। ਮਹਾਰਾਣੀ ਜਿੰਦਾ ਨੇ ਘੁੱਟ ਕੇ ਆਪਣੇ ਬੱਚੇ ਨੂੰ ਛਾਤੀ ਦੇ ਨਾਲ ਲਾਇਆ, ਪਿਆਰ ਦੇ ਨਾਲ ਪਲੋਸਿਆ, ਤੇ ਪਲੋਸਦਿਆਂ ਮਹਾਰਾਣੀ ਜਿੰਦਾ ਦਾ ਹੱਥ ਜਦੋਂ ਦਲੀਪ ਸਿੰਘ ਦੇ ਸਿਰ ਤੇ ਪਹੁੰਚਿਆ, ਵੇਖਿਆ ਸਿਰ ਤੇ ਦਸਤਾਰ ਹੀ ਕੋਈ ਨਹੀਂ ਹੈ, ਕੇਸ ਹੀ ਨਹੀਂ ਹਨ, ਵਾਲ ਤੇ ਕੱਟੇ ਪਏ ਹਨ। ਤੇ ਮਹਾਰਾਣੀ ਜਿੰਦਾ ਨੇ ਦਲੀਪ ਸਿੰਘ ਨੂੰ ਇੱਕਦਮ ਪਿੱਛੇ ਧੱਕ ਦਿੱਤਾ ਤੇ ਕਹਿਣ ਲੱਗੀ, ਫਰੰਗੀਆਂ ਨੇ ਪਹਿਲਾਂ ਵੀ ਸਾਡੇ ਨਾਲ ਅੱਤ ਦਾ ਜ਼ੁਲਮ ਕਮਾਇਆ
ਤੇ ਅੱਜ ਉਦੋਂ ਵੱਧ ਵਿਸ਼ਵਾਸਘਾਤ ਕਰਦਿਆਂ ਕਿਸੇ ਹੋਰ ਨੂੰ ਮੇਰੇ ਕੋਲ ਲਿਆ ਕੇ ਕਹਿ ਦਿੱਤਾ ਤੁਹਾਡਾ ਪੁੱਤ ਆਇਆ ਹੈ, ਤੂੰ ਮੇਰਾ ਪੁੱਤ ਨਹੀਂ ਹੈ। ਕੌਣ ਹੈ ਤੂੰ ਜਿਹੜਾ ਮੇਰਾ ਪੁੱਤ ਹੋਣ ਦਾ ਝੂਠਾ ਦਾਅਵਾ ਕਰ ਰਿਹਾ ਹੈ? ਦਲੀਪ ਸਿੰਘ ਰੋਂਦਿਆਂ ਕਹਿਣ ਲੱਗਾ, ਮਾਂ ਮੈਂ ਤੇਰਾ ਪੋਤੀ ਹਾਂ, ਮੈਂ ਤੇਰਾ ਪੋਤੀ ਹਾਂ, ਝੂਠ ਕੋਈ ਨਹੀਂ ਬੋਲਦਾ ਪਿਆ, ਮੈਂ ਦਲੀਪ ਸਿੰਘ ਹੀ ਹਾਂ। ਤੇ ਮਹਾਰਾਣੀ ਜਿੰਦਾ ਨੇ ਰੋਂਦਿਆਂ ਹੋਇਆਂ ਦੁਹੱਥੜਾਂ ਮਾਰਦਿਆਂ ਕਿਹਾ ਕਿ ਇੱਕ ਦਿਨ ਐਸਾ ਆਇਆ ਜਦੋਂ ਸਾਡਾ ਰਾਜ ਖਾਲਸਾ ਰਾਜ ਖਤਮ ਹੋ ਗਿਆ, ਮੈਂ ਆਪਣੇ ਸੀਨੇ ਤੇ ਪੱਥਰ ਰੱਖ ਕੇ ਉਹ ਬਰਦਾਸ਼ਤ ਕੀਤਾ। ਮੇਰੇ ਸਿਰ ਦਾ ਸਾਈਂ ਰਣਜੀਤ ਸਿੰਘ ਤੁਰ ਗਿਆ, ਉਹ ਵੀ ਮੈਂ ਬਰਦਾਸ਼ਤ ਕਰ ਲਿਆ, ਪਰ ਅੱਜ ਆ ਚੀਜ਼ ਬਰਦਾਸ਼ਤ ਤੋਂ ਪਰੇ ਹੈ ਕਿ ਜਿਹੜੇ ਗੁਰੂ ਕਲਗੀਧਰ ਮਹਾਰਾਜ ਦੀਆਂ ਰਹਿਮਤਾਂ ਸਦਕਾ ਅਸੀਂ ਖਾਲਸੇ ਰਾਜ ਦਾ ਆਨੰਦ ਮਾਣਿਆ, ਅੱਜ ਉਹ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਸਾਡੇ ਘਰੋਂ ਚਲੀ ਗਈ ਹੈ, ਉਹ ਗੁਰੂ ਦੀ ਸਿੱਖੀ ਚਲੀ ਗਈ ਹੈ, ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦੀ। ਤੇ ਅੱਗੋਂ ਦਲੀਪ ਸਿੰਘ ਨੇ ਕਿਹਾ, ਮਾਂ ਫਰੰਗੀਆਂ ਨੇ ਸਿੱਖੀ ਤੋਂ ਤੋੜ ਦਿੱਤਾ ਸੀ, ਪਰ ਤੇਰੇ ਨਾਲ ਪ੍ਰਣ ਕਰਦਾ ਮੈਂ ਅੱਜ ਤੋਂ ਬਾਅਦ ਕੇਸਾਂ ਤੇ ਕੈਂਚੀ ਨਹੀਂ ਲਾਵਾਂਗਾ। ਉਹ ਪਰਤ ਕੇ ਸਿੱਖੀ ਸਰੂਪ ਦੇ ਵਿੱਚ ਆ ਗਿਆ। ਮਾਂ ਦੀ ਮਮਤਾ, ਮਾਂ ਦੀ ਹੂਕ, ਮਾਂ ਦੀ ਤੜਫ ਸੀ ਜਿਹਨੇ ਪਰਤ ਕੇ ਬੱਚੇ ਨੂੰ ਸਿੱਖੀ ਵਾਲੇ ਪਾਸੇ ਲਿਆਂਦਾ। ਸੋ ਕਬੀਰ ਸਾਹਿਬ ਕਹਿੰਦੇ, ਮਾਂ ਜੇ ਆਪਣੀ ਜ਼ਿੰਮੇਵਾਰੀ ਆਪਣਾ ਫਰਜ਼ ਸਮਝੇ, ਆਪ ਜੁੜੀ ਹੋਵੇ, ਫਿਰ ਅੱਗੇ ਔਲਾਦ ਨੂੰ ਵੀ ਪਰਮਾਤਮਾ ਦੇ ਨਿਰੰਕਾਰ ਦੇ ਨਾਮ ਦੇ ਨਾਲ, ਧਰਮ ਦੇ ਨਾਲ, ਈਮਾਨ ਦੇ ਨਾਲ ਜੋੜ ਸਕਦੀ ਹੈ। ਸੋ ਸਤਿਗੁਰੂ ਮਿਹਰ ਕਰਨ, ਇਹ ਪਾਵਨ ਬਾਣੀ ਦੇ ਉਪਦੇਸ਼ ਸਾਡੇ ਹਿਰਦਿਆਂ 'ਚ ਵਸਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ।